असलामुअलैकुम वीडियो दे भराओ की हाल है ठीक हो से ठीक है। उम्मीद है सब लोग ठीक हो गए। तो सारिਆਂ ਤੋਂ ਪਹਿਲਾਂ ਜਿਤਨੇ ਵੀਰ ਭਰਾ ਪ੍ਰਦੇਸ਼ ਵਿੱਚ ਨੇ ਉਹਨਾਂ ਨੂੰ ਈਦ ਮੁਬਾਰਕ ਤੇ ਪਾਕਿਸਤਾਨ ਵਾਲਿਆਂ ਨੂੰ ਸੁਬਹ ਦੀ ਈਦ ਮੁਬਾਰਕ ਐਡਵਾਂਸ ਹੀ ਕਰ ਦਿੰਦੇ ਆ। ਉਮੀਦ ਹੈ ਸਭ ਲੋਕ ਠੀਕ ਹੋਵੋਗੇ, ਖੈਰੀਅਤ ਨਾਲ ਹੋਵੋਗੇ। ਤੇ ਮੈਂ ਇੱਕ ਦਫਾ ਫਿਰ ਆ ਗਿਆ ਤੁਹਾਡੇ ਆਪਣੇ ਚੈਨਲ ਚਾਨੀ 99 ਤੋਂ। ਤੇ ਅੱਜ ਤੁਹਾਨੂੰ ਜਿਹੜਾ ਨਾ ਈਦ ਦਾ ਗਿਫਟ ਜਿਹੜਾ ਨਾ ਉਹ ਕੋਈ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੱਸਣੇ ਆ, ਜਿਹੜੀਆਂ ਤੁਹਾਡੀ ਕਬੂਤਰਬਾਜ਼ੀ ਦੇ ਵਿੱਚ ਜਿਹੜੀਆਂ ਨੇ ਨਾ ਉਹ ਬੜੀਆਂ ਕੰਮ ਆਉਂਦੀਆਂ। ਅਤੇ ਜਿਹੜੇ ਵੀਰ ਭਰਾ ਨਿਊ ਕਬੂਤਰ ਪਰਵਰ ਭਰਾ ਨੇ ਉਹਨਾਂ ਵਾਸਤੇ ਬੜੀਆਂ ਸਪੈਸ਼ਲ ਹੋਣ ਲੱਗੀਆਂ ਨੇ। ਜਿਹੜੀਆਂ ਕਬੂਤਰਾਂ ਵਿੱਚ ਤੁਹਾਡੇ ਕੈਲਸ਼ੀਅਮ ਦੀ ਕਮੀ ਆ ਜਾਂਦੀ ਹੈ ਨਾ, ਛੋਟੀਆਂ ਛੋਟੀਆਂ ਟਿਪਾਂ ਨੇ ਕੋਈ, ਉਹ ਤੁਹਾਨੂੰ ਦੱਸਾਂਗਾ। ਫਿਰ ਉਹ ਤੁਸੀਂ ਅੱਗੇ ਤੁਹਾਡਾ ਦਿਲ ਕਰੇ ਇਸਤੇਮਾਲ ਕਰ ਲਓ। ਅਤੇ ਘਰ ਦੀਆਂ ਚੀਜ਼ਾਂ ਨੇ, ਕੋਈ ਡਾਕਟਰ ਕੋਲੋਂ ਵੀ ਤੁਸੀਂ ਕੋਈ ਨਹੀਂ ਲਿਆਉਣੀਆਂ। ਉਹਦੇ 'ਚ ਕੀ ਹੈ, ਤੁਸੀਂ ਸਾਰਿਆਂ ਤੋਂ ਪਹਿਲਾਂ ਜਿਹੜਾ ਨਾ ਜਿਹੜੀ ਨਹੀਂ ਹੁੰਦੀ ਮੁਰਗੀ ਆਪਣੀ, ਤੁਹਾਡੇ ਘਰ ਦੇਸੀ ਮੁਰਗੀਆਂ ਰੱਖੀਆਂ ਹੁੰਦੀਆਂ ਨੇ ਬੰਦਿਆਂ ਨੇ, ਜਿੰਨੀ ਵੀ ਰੱਖੀਆਂ ਹੁੰਦੀਆਂ। ਅਤੇ ਤੁਸੀਂ ਕਿਧਰੇ ਵੀ ਜਾ ਕੇ ਹੋਟਲ ਤੋਂ ਜਿੱਥੇ ਅੰਡੇ ਬਣਦੇ ਨੇ ਉੱਥੋਂ ਜਾ ਕੇ ਜਿਹੜਾ ਛਿਲਕਾ ਹੈ ਉਹ ਤੁਸੀਂ ਉਹਨੂੰ ਆ ਛੜੋ, ਡਿਊਟੀ ਲਾ ਛੜੋ। ਅਤੇ ਉਹਦੇ ਵਿੱਚ ਇਹ ਹੋਵੇਗਾ ਕਿ ਉਹ ਫਿਰ ਜਿਹੜਾ ਨਾ ਤੁਹਾਡਾ ਛਿਲਕਾ ਉਹ ਬਰੀਕ ਕਰਕੇ ਤੁਸੀਂ ਜਿਹੜਾ ਨਾ ਕਬੂਤਰਾਂ ਨੂੰ, ਬਰੀਡਰ ਕਬੂਤਰਾਂ ਨੂੰ, ਕਬੂਤਰੀਆਂ ਨੂੰ ਪਾਉਣਾ। ਉਹਦੇ ਨਾਲ ਇਹ ਹੋਵੇਗਾ ਕਿ ਤੁਹਾਡੇ ਕਬੂਤਰਾਂ ਦੀ ਕੈਲਸ਼ੀਅਮ ਠੀਕ ਰਹੇਗੀ। ਇਹ ਉਹਨਾਂ ਵੀਰਾਂ ਭਰਾਵਾਂ ਵਾਸਤੇ ਹੈ ਜਿਹੜੇ ਮਾਲੀ ਤੌਰ 'ਤੇ ਥੋੜ੍ਹੇ ਠੀਕ ਨਹੀਂ। ਉਹ ਚਲੋ ਵੀਰ ਦੋਸਤ ਇਹ ਹੋਵੇਗਾ ਕਿ ਚਲੋ ਇਸਤੇਮਾਲ ਕਰਕੇ ਆਪਣੇ ਕਬੂਤਰ ਉਹਨਾਂ ਦੇ ਠੀਕ ਠੀਕ ਰਹਿਣ ਦੇ। ਅਤੇ ਦੂਸਰੀ ਚੀਜ਼ ਪਹਿਲੇ ਨੰਬਰ 'ਤੇ ਉਹ ਹੋ ਗਈ ਨਾ ਕੈਲਸ਼ੀਅਮ ਕਬੂਤਰਾਂ ਦੀ, ਬਈ ਇਹ ਤੁਸੀਂ ਅੰਡੇ ਦੇ ਛਿਲਕੇ ਨਾਲ ਪੂਰੀ ਕਰ ਸਕਦੇ ਹੋ। ਅਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਕਬੂਤਰ ਦਾ ਪੋਟ ਬੰਦ ਹੋਇਆ ਹੋਵੇ, ਜਿਸ ਕਬੂਤਰ ਦਾ ਸਾਹ ਉਖੜਿਆ ਹੋਵੇ, ਮੂੰਹ ਖੋਲ੍ਹ ਕੇ ਸਾਹ ਲੈਂਦਾ ਹੋਵੇ ਪਿਆ, ਉਸ ਕਬੂਤਰ ਨੂੰ ਕਦੇ ਵੀ ਤੁਸੀਂ ਜਿਹੜਾ ਇਹ ਮੋਟਾ ਦਾਣਾ ਨਹੀਂ ਪਾਉਣਾ। ਜਿਸ ਕਬੂਤਰ ਦਾ ਤੇ ਪੋਟ ਬੰਦ ਹੈ ਉਹਦੇ 'ਤੇ ਬਿਲਕੁਲ ਮੋਟਾ ਦਾਣਾ ਨਜ਼ਦੀਕ ਖੜਨਾ ਹੀ ਨਹੀਂ। ਜਦੋਂ ਵੀ ਕਬੂਤਰ ਤੁਹਾਡੇ ਦਾ ਪੋਟ ਬੰਦ ਹੋ ਜੇ, ਤੁਸੀਂ ਉਸ ਕਬੂਤਰ ਨੂੰ ਹਮੇਸ਼ਾ ਲਿਕਵਿਡ ਦੇ ਨਾਲ ਠੀਕ ਕਰਨਾ ਹੈ। ਲਿਕਵਿਡ ਦੇ ਕੇ ਅਤੇ ਕਬੂਤਰਾਂ ਨੂੰ ਠੀਕ ਕਰਨਾ, ਵਰਨਾ ਜਿਹੜਾ ਤੁਹਾਡਾ ਕਬੂਤਰ 75% ਚਾਂਸ ਇਹ ਹੀ ਹੋਣ ਦੇ ਕਿ ਤੁਹਾਡਾ ਉਹ ਕਬੂਤਰ ਜ਼ਾਇਆ ਹੋ ਜਾਏਗਾ, ਮਰ ਜਾਏਗਾ। ਅਤੇ ਉਹਦੇ ਤੋਂ ਬਾਅਦ ਉਹਦੇ ਵਿੱਚ ਲਿਕਵਿਡ ਵੀ ਜਿਹੜੀਆਂ ਚੀਜ਼ਾਂ ਤੁਸੀਂ ਦੇ ਸਕਦੇ ਹੋ ਨਾ, ਉਹ ਜਿਸ ਟਾਈਮ ਤੁਸੀਂ ਕਬੂਤਰ ਸਮਝਦੇ ਹੋ ਪੋਟ ਬੰਦ ਕਰ ਗਿਆ, ਸਖਤ ਚੀਜ਼ ਨਹੀਂ ਇਸਤੇਮਾਲ ਕਰ ਸਕਦਾ, ਤੁਸੀਂ ਵੀ ਹੁਣ ਆਖੋਦੇ ਭਾਈ ਯਾਰ ਨਰਮ ਖੁਰਾਕ ਦਿੰਦੇ ਆਹੀ ਹੈ ਦੱਸੀ ਤਾਂ ਕੋਈ ਨਹੀਂ ਸੂ, ਉਹਦੇ ਵਿੱਚ ਤੁਸੀਂ ਸਿਰੀ ਲੈ ਕੇ ਇਸਤੇਮਾਲ ਕਰ ਸਕਦੇ ਹੋ। ਕਬੂਤਰ ਦਾ ਜਿਸ ਟਾਈਮ ਪੋਟ ਬੰਦ ਹੁੰਦਾ ਨਾ, ਕਬੂਤਰ ਦਾ ਜਿਸ ਟਾਈਮ ਸਬਜ਼ ਬਿੱਠਾਂ ਕਰਨ ਲੱਗ ਪੈਂਦਾ ਜਾਂ ਚਰਬੀ ਮਾਰਨ ਲੱਗ ਪੈਂਦਾ ਅਤੇ ਸੁਸਤ ਹੋ ਕੇ ਇੱਕ ਸਾਈਡ 'ਤੇ ਬਹਿ ਜਾਂਦਾ, ਉਹ ਫਿਰ ਕਬੂਤਰ ਨੂੰ ਹਮੇਸ਼ਾ ਤੁਸੀਂ ਉਹਦਾ ਪੋਟ ਸਾਰਿਆਂ ਤੋਂ ਪਹਿਲਾਂ ਉਹਦਾ ਜਿਹੜਾ ਨਾ ਪੋਟ ਜਿਹੜਾ ਤੁਸੀਂ ਉਹ ਚਲਾ ਕੇ ਸਿਰੀ ਲੈ ਕੇ ਜਿਹੜਾ ਤੁਸੀਂ ਉਹ ਇਸਤੇਮਾਲ ਕਰਨਾ। ਨਰਮ ਖੁਰਾਕ ਤੋਂ ਸ਼ੁਰੂ ਕਰਨਾ, ਨਾਲ ਲਿਕਵਿਡ ਹੈ ਲੈਸੋਵਿਟ ਸਿਰਪ। ਮੈਂ ਤੁਹਾਨੂੰ ਅੱਗੇ ਵੀ ਕਿਤਨੀਆਂ ਵੀਡੀਓ ਵਿੱਚ ਦੱਸ ਚੁੱਕੇ ਹਾਂ, ਤੁਸੀਂ ਲੈਸੋਵਿਟ ਸਿਰਪ ਇਸਤੇਮਾਲ ਕਰ ਸਕਦੇ ਹੋ। ਉਹ ਕਰਕੇ ਤੁਸੀਂ ਜਿਹੜਾ ਨਾ ਕਬੂਤਰ ਨੂੰ ORS ਜਿਹੜਾ ਸਿਰਪ ORS ਤੁਸੀਂ ਲੈ ਸਕਦੇ ਹੋ। ਉਹ ਕਬੂਤਰ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਤਨੇ ਲਿਕਵਿਡ ਨੇ ਨਾ, ਜਦੋਂ ਕਬੂਤਰ ਤੁਹਾਡਾ ਪੋਟ ਰੋਕ ਗਿਆ ਅਤੇ ਉਹਦੇ ਤੋਂ ਬਾਅਦ ਜਿਹੜਾ ਨਾ ਤੁਸੀਂ ਮੋਟਾ ਦਾਣਾ ਜਿਹੜਾ ਉਹ ਬਿਲਕੁਲ ਕਬੂਤਰ ਦੇ ਨਜ਼ਦੀਕ ਨਹੀਂ ਕਰਨਾ। ਅਤੇ ਜਦੋਂ ਕਬੂਤਰ ਸਮਝੋ ਕਿ ਤੁਹਾਡਾ ਪੋਟ ਚਲਾ ਗਿਆ, ਫਿਰ ਉਹਦੇ ਤੋਂ ਬਾਅਦ ਆਸਤਾ ਆਸਤਾ ਇਹ ਦੋ ਦਿਨ ਜਿਹੜਾ ਨਾ ਇਹ ਲੈਸੋਵਿਟ ਸਿਰਪ ਜਿਹੜਾ ਤੁਸੀਂ ਦੁੱਧ ਦੇ ਵਿੱਚ ਇੱਕ ਕਤਰਾ ਪਾ ਕੇ ਵੀ ਦੇ ਦੋਗੇ ਨਾ ਕਬੂਤਰ ਨੂੰ, ਅਤੇ ਤੁਹਾਡਾ ਕਬੂਤਰ 2 ਦਿਨ ਕੱਢ ਜਾਏਗਾ। ਕਿਉਂ ਸੁਬਾਹ ਸ਼ਾਮ ਤੁਸੀਂ 5-7 ਸੀਸੀ ਅਗਰ ਉਹਨੂੰ ਦੁੱਧ ਦਿੰਦੇ ਹੋ ਕਿ ਲੈਸੋਵਿਟ ਸਿਰਪ ਵਿੱਚ, ਤੁਹਾਡਾ ਕਬੂਤਰ ਮਰਨ ਨਹੀਂ ਲੱਗਾ। 2-3 ਦਿਨ ਤੋਂ ਬਾਅਦ ਕਬੂਤਰ ਦਾ ਆਟੋਮੈਟਿਕ ਪੋਟਾ ਜਿਸ ਟਾਈਮ ਚੱਲ ਪਵੇਗਾ, ਫਿਰ ਉਹਦੇ ਤੋਂ ਬਾਅਦ ਤੁਸੀਂ ਉਹਨੂੰ ਭੋਰੇ ਦੇਣੇ ਸ਼ੁਰੂ ਕਰ ਲਓ। ਭੋਰਿਆਂ ਤੋਂ ਬਾਅਦ ਤੁਸੀਂ ਉਹਨੂੰ ਸ਼ੁਰੂ ਕਰ ਲਓ ਬਾਜਰੇ ਤੋਂ ਬਾਅਦ ਫਿਰ ਤੁਸੀਂ ਆਟੋਮੈਟਿਕ ਹਫਤੇ ਡੇਢ ਬਾਅਦ ਤੁਸੀਂ ਜਿਹੜਾ ਹੈ ਉਹਨੂੰ ਤੁਸੀਂ ਲੈ ਆਵੋ। ਉਹਦੇ 'ਤੇ ਕਿਹਾ ਦਿਨ ਇਹਨੂੰ ਆਸਤਾ ਆਸਤਾ ਕਣਕ 'ਤੇ ਲੈ ਆਵੋ। ਇੱਕਦਮ ਫਿਰ ਵੀ ਕਾਲੇ ਚਣੇ ਜਿਤਨੇ ਵੀ ਤੁਸੀਂ ਸਮਝਦੇ ਹੋ ਨਾ ਸਖਤ ਚੀਜ਼ਾਂ ਨੇ, ਉਹ ਇੱਕਦਮ ਫਿਰ ਵੀ ਕਬੂਤਰ ਨੂੰ ਨਾ ਸ਼ੁਰੂ ਕਰਾਓ। ਉਹ 3-4 ਹਫ਼ਤਿਆਂ ਤੋਂ ਬਾਅਦ ਸ਼ੁਰੂ ਕਰਾਓ ਸਖਤ ਚੀਜ਼ਾਂ। ਇਸ ਤਰ੍ਹਾਂ ਇੱਕ ਤਰਤੀਬ ਨਾਲ ਕਬੂਤਰ ਨੂੰ ਲੈ ਕੇ ਜਾਓ। ਫਿਰ ਇਹ ਹੈ ਕਿ ਤੁਹਾਡਾ ਕਬੂਤਰ ਜ਼ਾਇਆ ਨਹੀਂ ਹੋਣ ਲੱਗਾ। ਅਤੇ ਇੱਕ ਦੋ ਚੀਜ਼ਾਂ ਹੋਰ ਸੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਨੀਆਂ ਸੀਆਂ, ਉਹ ਇਹ ਚੀਜ਼ਾਂ ਸੀਆਂ ਕਿ ਕਾਲੀ ਮਿਰਚ ਹੈ ਇੱਕ ਆਦਨ, ਕਈ ਬੰਦੇ ਤੇ ਆਦਨ ਨੇ ਕਾਲੀ ਮਿਰਚ ਨਾਲ ਵੀ ਕਬੂਤਰ ਉੱਡ ਜਾਂਦਾ, ਵਾਕਈ ਉੱਡ ਜਾਂਦਾ। ਕਾਲੀ ਮਿਰਚ ਦੇ ਕਿਤਨੇ ਫਾਇਦੇ ਨੇ ਇਹ ਤੁਹਾਨੂੰ ਪਤਾ ਨਹੀਂ, ਅੱਜ ਤੱਕ ਕਿਸੇ ਬੰਦੇ ਨੇ ਦੱਸਿਆ ਹੋਣਾ ਜਾਂ ਨਹੀਂ ਦੱਸਿਆ ਹੋਣਾ। ਜਿਨ੍ਹਾਂ ਦੇ ਤੇ ਉਸਤਾਦ ਹੈ ਨੇ ਉਹਨਾਂ ਨੂੰ ਤਾਂ ਪਤਾ ਹੋਣਾ, ਅਤੇ ਜਿਨ੍ਹਾਂ ਬੰਦਿਆਂ ਦੇ ਉਸਤਾਦ ਕੋਈ ਨਹੀਂ
ਉਹ ਵਿਚਾਰੇ ਉਹਨਾਂ ਨੂੰ ਉਹ ਇਸ ਚੀਜ਼ ਤੋਂ ਮਹਿਰੂਮ ਰਹਿ ਜਾਂਦੇ ਨੇ। ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਬਈ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਕਿਤਨੇ ਜ਼ਬਰਦਸਤ ਜਿਹੜੇ ਨੇ ਉਹ ਫਾਇਦੇ ਨੇ ਕਬੂਤਰਬਾਜ਼ੀ ਦੇ ਵਿੱਚ। ਹੁਣ ਜਿਹੜੀ ਹੈ ਨਾ ਕਾਲੀ ਮਿਰਚ, ਇਹ ਤੀਸਰੇ ਦਰਜੇ ਦੀ ਗਰਮ ਹੈ ਅਤੇ ਤੀਸਰੇ ਦਰਜੇ ਵਿੱਚ ਇਹ ਜਿਹੜਾ ਨਾ ਇਹ ਖੁਸ਼ਕ ਹੈ। ਅਤੇ ਕਬੂਤਰ ਦੇ ਹਾਜ਼ਮੇ ਨੂੰ ਬੜਾ ਜ਼ਬਰਦਸਤ ਇਹ ਕਰਦੀ ਜੇ। ਕਬੂਤਰ ਨੂੰ ਹਾਜ਼ਮਾ ਜਿਸ ਟਾਈਮ ਫਿੱਟ ਹੋਵੇਗਾ ਤਾਂ ਕਬੂਤਰ ਨੂੰ ਭੁੱਖ ਵੀ ਸਹੀ ਲੱਗੇਗੀ। ਅਤੇ ਕਬੂਤਰ ਜਿਹੜਾ ਜਿਹਨੂੰ ਭੁੱਖ ਲੱਗਦੀ ਹੈ, ਜਿਹੜਾ ਖਾਣਾ ਠੀਕ ਖਾਂਦਾ, ਹਾਜ਼ਮਾ ਠੀਕ ਕਰਦਾ ਹੈ, ਉਹ ਤੁਹਾਨੂੰ ਮੈਂ ਦੱਸ ਚੁੱਕਿਆ ਕਿਤਨੀ ਵਾਰੀ। ਉਹ ਹੀ ਕਬੂਤਰ ਅੱਛਾ ਬਰੀਡਰ ਵੀ ਹੋਵੇਗਾ ਅਤੇ ਉਹ ਹੀ ਅੱਛਾ ਪਰਵਾਜ਼ੀ ਵੀ ਹੋਵੇਗਾ। ਫਿਰ ਉਹਦੇ ਤੋਂ ਬਾਅਦ ਤੁਹਾਨੂੰ ਪਤਾ ਹੈ ਕਾਲੀ ਮਿਰਚ ਜਿਹੜੀ ਹੈ ਇਹਦੇ ਨਾਲ ਕਬੂਤਰ ਦੀ ਦਿਲ ਦੀ ਧੜਕਨ ਜਿਹੜੀ ਹੈ ਉਹ ਬੜੀ ਜ਼ਬਰਦਸਤ ਹੋ ਜਾਂਦੀ ਹੈ, ਤੇਜ਼ ਹੋ ਜਾਂਦੀ ਹੈ। ਅਤੇ ਉਹਦੇ ਤੋਂ ਬਾਅਦ ਕੀ ਆਖਦੇ ਨੇ ਇਹਨੂੰ ਤੁਸੀਂ ਕਰ ਲਓ। ਫਿਰ ਕਬੂਤਰਬਾਜ਼ੀ ਦੇ ਜਿਹੜੇ ਪਾਣੀ ਨੇ, ਖੁਰਾਕਾਂ ਨੇ, ਉਹਨਾਂ ਦੇ ਵਿੱਚ ਇਹ ਕਾਲੀ ਮਿਰਚ ਇਸਤੇਮਾਲ ਹੁੰਦੀ ਹੈ। ਮਤਲਬ ਗਰਮ ਪਾਣੀ ਜਿਸ ਟਾਈਮ ਤੁਸੀਂ ਕਬੂਤਰ ਨੂੰ ਸ਼ਾਮੀ ਗਰਮ ਕਰਨ ਵਾਸਤੇ 6-7 ਵਜੇ ਬਣਾਉਂਦੇ ਹੋ, ਕਬੂਤਰ ਨੂੰ ਤਿਆਰ ਕਰਦੇ ਹੋ, ਉਸ ਟਾਈਮ ਵੀ ਇਹ ਕਾਲੀ ਮਿਰਚ ਇਸਤੇਮਾਲ ਹੁੰਦੀ ਹੈ। ਨਾਲ ਹੋਰ ਵੀ ਚੀਜ਼ਾਂ ਇਸਤੇਮਾਲ, ਮੋਟੀ ਇਲਾਚੀ ਹੁੰਦੀ, ਮਨੱਕਾ ਹੁੰਦਾ। ਮੈਂ ਤੁਹਾਨੂੰ ਸਿਰਫ ਦੱਸਣਾ ਪਿਆ ਗੱਲ ਕਾਲੀ ਦੀ ਮਿਰਚ ਦੀ ਫਿਲਹਾਲ, ਕਿ ਕਾਲੀ ਮਿਰਚ ਕਿਹੜੀ ਕਿਹੜੀ ਜਗ੍ਹਾ 'ਤੇ ਤੁਹਾਡੀ ਇਸਤੇਮਾਲ ਹੁੰਦੀ ਹੈ ਵੀ, ਅਤੇ ਇਹ ਕਿੱਡੀ ਜ਼ਬਰਦਸਤ ਹੈ। ਫਿਰ ਜਿਸ ਟਾਈਮ ਕਬੂਤਰਾਂ ਨੂੰ ਤੁਸੀਂ ਦੇਸੀ ਘਿਓ ਦੇ ਭੋਰੇ ਪਾਉਂਦੇ ਹੋ, ਅਤੇ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਦੇਸੀ ਕਬੂਤਰਾਂ ਭੋਰਿਆਂ ਵਿੱਚ ਕਾਲੀ ਮਿਰਚ ਕਿਸ ਵਜ੍ਹਾ ਤੋਂ ਪਾਈ ਦੀ ਹੈ ਕਿ ਕਬੂਤਰਾਂ ਨੂੰ ਰੇਸ਼ਾ ਨਾ ਬਣੇ। ਮਤਲਬ ਕਾਲੀ ਮਿਰਚ ਕਿਹੜੀ ਕਿਹੜੀ ਜਗ੍ਹਾ 'ਤੇ ਇਸਤੇਮਾਲ ਹੁੰਦੀ ਹੈ ਇਹ ਤੁਸੀਂ ਖੁਦ ਹੁਣ ਚੈੱਕ ਕਰ ਲਓ। ਫਿਰ ਉਹਦੇ ਤੋਂ ਬਾਅਦ ਕਾਲੀ ਤੋਂ ਬਾਅਦ ਸਫੈਦ ਮਿਰਚ ਹੁੰਦੀ ਹੈ। ਸਫੈਦ ਮਿਰਚ ਹੁੰਦੀ ਕੀ ਹੈ, ਉਹ ਕਿੰਝ ਬਣਦੀ ਹੈ, ਉਹ ਇਸੇ ਕਾਲੀ ਮਿਰਚ ਦੇ ਵਿੱਚੋਂ ਹੀ ਸਫੈਦ ਮਿਰਚ ਬਣਦੀ ਹੈ। ਸਫੈਦ ਮਿਰਚ ਤੁਸੀਂ ਕੀ ਕਰਨਾ ਹੈ, ਉਹ ਲੈ ਕੇ ਕਿਸੇ ਪਾਣੀ ਵਾਲੇ ਬਰਤਨ ਵਿੱਚ ਪਾ ਲੈਣੀ ਹੈ। ਪਾਣੀ ਵਾਲੇ ਬਰਤਨ ਵਿੱਚ ਪਾ ਕੇ ਅਤੇ ਤੁਸੀਂ ਉਹ ਰੱਖ ਛੱਡਣੀ ਹੈ। ਮੁੜ ਕੇ ਕੋਈ ਥੋੜ੍ਹੀ ਦੇਰ ਤੋਂ ਬਾਅਦ ਜਿਹੜਾ ਨਾ ਕੋਈ ਟਾਈਮ ਪਈ ਰਹਿਣ ਦਿਓ, ਉਹਦੇ ਵਿੱਚ ਤੁਸੀਂ ਪਾਣੀ ਦੇ ਵਿੱਚ ਕਾਲੀਆਂ ਮਿਰਚਾਂ ਜਿਸ ਟਾਈਮ ਉਹ ਕੱਢੋਗੇ ਅਤੇ ਕਿਸੇ ਕੱਪੜੇ ਉੱਤੇ ਰੱਖ ਕੇ ਅਤੇ ਤੁਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਮਲੋ ਦੇਣਾ ਜਿਸ ਟਾਈਮ, ਅਤੇ ਉਹ ਐਟੋਮੈਟਿਕ ਉੱਤੋਂ ਕਾਲਾ ਛਿਲਕਾ ਲੈ ਜਾਏਗਾ। ਉਹ ਜਿਹੜੀ ਵਿੱਚੋਂ ਨਿਕਲੇ ਦੀ ਨਾ ਸਫੈਦ ਮਿਰਚ, ਇਹ ਕਾਲੀ ਦੇ ਵਿੱਚੋਂ ਹੀ ਸਫੈਦ ਮਿਰਚ ਬਣਦੀ ਹੈ। ਉਹ ਸਫੈਦ ਮਿਰਚ ਜਿਹੜੀ ਹੈ ਉਹ ਕਾਲੀ ਤੋਂ ਵੀ ਜ਼ਿਆਦਾ ਗਰਮ ਹੈ, ਕਿਉਂਕਿ ਅੱਲਾ ਜੀ ਨੇ ਇੱਕ ਅੱਲਾ ਜੀ ਦੀ ਕੁਦਰਤ ਹੈ, ਹਰ ਚੀਜ਼ ਦਾ ਰੱਬ ਦੀ ਜ਼ਾਤ ਨੇ ਉਹਦੇ ਵਿੱਚ ਤਨਾਸਬ ਰੱਖਿਆ ਹੁੰਦਾ ਹੈ। ਜਿਹੜਾ ਕਾਲੀ ਮਿਰਚ ਦੇ ਉੱਤੇ ਛਿਲਕਾ ਹੁੰਦਾ ਨਾ, ਉਹ ਹੀ ਉਹਦਾ ਤਨਾਸਬ ਰੱਖਦਾ ਹੈ। ਅਤੇ ਜਿਸ ਟਾਈਮ ਉਹ ਕਾਲੀ ਮਿਰਚ ਦਾ ਛਿਲਕਾ ਤੂੰ ਲੈ ਜਾਂਦਾ ਅਤੇ ਜਿਹੜੇ ਵਿੱਚ ਮਿਰਚ ਰਹਿ ਜਾਂਦੀ ਨਾ ਸਫੈਦ ਮਿਰਚ, ਉਹ ਹੋਰ ਜ਼ਿਆਦਾ ਗਰਮ ਹੋ ਜਾਂਦੀ ਹੈ। ਅਤੇ ਇਹ ਕਬੂਤਰਾਂ ਨੂੰ ਜਿਸ ਟਾਈਮ ਤੁਹਾਡਿਆਂ ਕਬੂਤਰਾਂ ਨੂੰ, ਇਹ ਕਬੂਤਰਾਂ ਦੇ ਰੇਸ਼ੇ ਵਾਸਤੇ ਵੀ ਬੜਾ ਅੱਛਾ ਕੰਮ ਕਰਦੀ ਹੈ ਜਿਹੜੀ ਹੈ ਨਾ ਸਫੈਦ ਮਿਰਚ। ਜਿਸ ਟਾਈਮ ਤੁਸੀਂ ਤੱਕਦੇ ਹੋ ਨਾ ਕੋਈ ਕਬੂਤਰ ਥੱਕਿਆ ਥੱਕਿਆ ਜਾਂ ਮਹਿਸੂਸ ਹੁੰਦਾ ਕਿ ਜਾਂ ਫੜ ਕੇ ਤੁਸੀਂ ਚੈੱਕ ਕਰਦੇ ਹੋ ਕਬੂਤਰ ਦੇ ਕੁੰਦੇ ਵਿੱਚ ਰੇਸ਼ਾ ਹੈ, ਜਾਂ ਉੱਡਦਿਆਂ ਤੁਸੀਂ ਤੱਕਦੇ ਹੋ ਐਂ ਜਿਵੇਂ ਕਬੂਤਰ ਥੱਕਿਆ ਥੱਕਿਆ ਕੁੰਦਾ ਪਰ ਚਲਾਉਂਦਾ ਪਿਆ, ਜਿਸ ਤਰ੍ਹਾਂ ਕਬੂਤਰ ਨੂੰ ਪਰ ਚਲਾਉਣਾ ਚਾਹੀਦਾ ਉਸ ਤਰ੍ਹਾਂ ਨਹੀਂ ਚਲਾਉਂਦਾ ਪਿਆ, ਉਸ ਕਬੂਤਰ ਨੂੰ ਵੀ ਤੁਸੀਂ ਇਹ ਖੁਰਾਕ ਵੀ ਜਿਹੜੀ ਹੈ ਨਾ ਸਫੈਦ ਮਿਰਚ, ਇਹ 3-4 ਦਿਨ 5 ਦਿਨ ਖੁਰਾਕ ਵਿੱਚ ਇਸਤੇਮਾਲ ਕਰੋ, ਅਤੇ ਤਾਂ ਵੀ ਉਹ ਕਬੂਤਰ ਬਿਲਕੁਲ ਉਹਦਾ ਕੁੰਦਿਆਂ ਵਿੱਚ ਰੇਸ਼ਾ ਵੀ ਖਤਮ ਹੋ ਜਾਏਗਾ ਔਰ ਕਬੂਤਰ ਉੱਡਣਾ ਵੀ ਸਹੀ ਸ਼ੁਰੂ ਕਰ ਦੇਗਾ। ਅਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਛੋਟੀਆਂ ਛੋਟੀਆਂ ਚੀਜ਼ਾਂ ਨੇ, ਬਸ ਇਹਨਾਂ ਦਾ ਥੋੜ੍ਹਾ ਜਿਹਾ ਜਿਹੜਾ ਨਾ ਥੋੜ੍ਹਾ ਜਿਹਾ ਬੰਦੇ ਨੂੰ ਸਿਸਟਮ ਅਤੇ ਕੰਟਰੋਲ ਪਤਾ ਹੋਣਾ ਚਾਹੀਦਾ। ਜਿਸ ਤਰ੍ਹਾਂ ਹਰ ਚੀਜ਼ ਦਾ ਇੱਕ ਮਿਕਦਾਰ ਹੁੰਦੀ ਹੈ, ਇਸ ਤਰ੍ਹਾਂ ਹਰ ਬੰਦੇ ਨੂੰ ਇਹਨਾਂ ਦੀ ਮਿਕਦਾਰ ਦਾ ਥੋੜ੍ਹਾ ਪਤਾ ਹੋਣਾ ਚਾਹੀਦਾ। ਮਗਰ ਇਹ ਬੜੀਆਂ ਫਾਇਦੇ ਵਾਲੀਆਂ ਚੀਜ਼ਾਂ ਨੇ ਸਾਰਿਆਂ ਵੀਰਾਂ ਦੋਸਤਾਂ ਭਰਾਵਾਂ ਵਾਸਤੇ। ਅਤੇ ਵੀਡੀਓ ਅੱਜ ਦੀ ਵੀਡੀਓ ਇੱਥੇ ਹੀ ਖ਼ਤਮ ਕਰਨੇ ਆ। ਫੇਰ ਮਾਨੀਲਾ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ, ਅਤੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਨਾ। यार सलामत है सोबत बाकी।